ਸੁਮੇਧ ਸਿੰਘ ਸੈਣੀ ਪੰਜਾਬ ਪੁਲਿਸ ਦਾ ਇੱਕ ਅਜਿਹਾ ਅਫਸਰ ਹੈ ਜੋ ਹਮੇਸ਼ਾ ਹੀ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ। ਪਹਿਲੇ ਦਿਨ ਤੋਂ ਲੈ ਕੇ ਉਸਨੇ ਜਿਸ ਕਿਸਮ ਦੀ ਨੀਤੀ ਅਪਣਾਈ ਪੁਲਿਸਿੰਗ ਦੀ ਇੱਕ ਅਫਸਰ ਦੇ ਤੌਰ 'ਤੇ, ਉਹ ਹਮੇਸ਼ਾ ਵਿਵਾਦਾਂ ਵਿੱਚ ਘਿਰੀ ਰਹੀ ਹੈ। ਸੋ ਉਹਦੀ ਜਿਹੜੀ ਨੀਤੀ ਸੀ, ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨੀ ਅਤੇ ਫੜੇ ਗਏ ਵਿਅਕਤੀਆਂ ਅਤੇ ਸ਼ੱਕੀ ਵਿਅਕਤੀਆਂ 'ਤੇ ਘੋਰ ਤਸ਼ੱਦਦ ਕਰਨਾ ਅਤੇ ਇਸ ਘੋਰ ਤਸ਼ੱਦਦ ਨੂੰ ਜਾਇਜ਼ ਠਹਿਰਾਉਣ ਲਈ ਫਿਰ ਅਫਸਰਸ਼ਾਹੀ ਨੂੰ ਧਮਕਾ ਕੇ ਆਪਣੇ ਹੱਕ ਵਿੱਚ ਜਿਹੜੇ ਕਾਗਜ਼ੀ ਕਾਰਵਾਈ ਸੀ ਉਹ ਕਰਾਉਣੇ, ਇੱਥੋਂ ਤੱਕ ਕਿ ਅਦਾਲਤਾਂ ਦੇ ਜੱਜਾਂ ਤੱਕ ਨੂੰ ਧਮਕਾਉਣ ਦੀਆਂ ਹੁਣ ਉਹਦੇ 'ਤੇ ਦੋਸ਼ ਲੱਗੇ ਹੋਏ ਨੇ। ਸੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੇ ਜੱਜ ਰਹੇ ਨੇ ਮਿਸਟਰ TS ਠਾਕੁਰ ਅਤੇ ਮਿਸਟਰ ਝਾਂਜੀ, ਉਹਨਾਂ ਨੇ ਆਪਣੇ ਜਿਹੜੀਆਂ ਬਹੁਤ ਸਾਰੀਆਂ ਚਿੱਠੀਆਂ ਸੀ ਜਿਹੜੀਆਂ ਸੁਪਰੀਮ ਕੋਰਟ ਨੂੰ ਪਾਈਆਂ ਗਈਆਂ, ਉਹਦੇ ਵਿੱਚ ਇਹ ਆਖਿਆ ਹੈ ਕਿ ਸੁਮੇਧ ਸਿੰਘ ਸੈਣੀ ਵੱਲੋਂ ਉਹਨਾਂ ਨੂੰ ਧਮਕਾਇਆ ਗਿਆ ਅਤੇ ਬਹੁਤ ਸਾਰੇ ਜੱਜਾਂ ਦੇ ਫੋਨ ਟੈਪ ਕੀਤੇ ਗਏ। ਸੋ ਜਿਹੜਾ ਸੁਮੇਧ ਸਿੰਘ ਸੈਣੀ ਆ, ਉਹ ਇੱਕ ਤਰ੍ਹਾਂ ਨਾਲ ਇੱਕ ਵਿਅਕਤੀ ਨਹੀਂ ਹੈ, ਇੱਕ ਸੰਸਥਾਈ ਰੂਪ ਧਾਰਨ ਕਰ ਗਿਆ ਹੋਇਆ, ਉਹ ਇੱਕ ਵਰਤਾਰਾ ਬਣ ਗਿਆ ਹੋਇਆ ਹੈ ਜਿਸ ਨੇ ਪੰਜਾਬ ਪੁਲਿਸ ਦੇ ਮੁਜਰਮੀਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਹੋ ਸਕਦਾ ਹੈ KPS ਗਿੱਲ ਇਸ ਤਰ੍ਹਾਂ ਦਾ ਮੁਜਰਮੀਕਰਨ ਨਾ ਕਰਦਾ ਜਿੰਨਾ ਸੁਮੇਧ ਸਿੰਘ ਸੈਣੀ ਅਤੇ ਉਹਨਾਂ ਦੀ ਟੀਮ ਨੇ ਮੁਜਰਮੀਕਰਨ ਕੀਤਾ, ਔਰ ਜਿੰਨੇ ਤਕਨੀਕੀ ਢੰਗ ਨਾਲ ਹਰ ਮੋਰਚੇ 'ਤੇ ਲੜੇ ਹਨ। ਉਹ ਅਦਾਲਤਾਂ ਨੂੰ ਡਰਾਉਣਾ, ਅਦਾਲਤਾਂ ਨੂੰ ਧਮਕਾਉਣਾ, ਜਾਂ ਅਦਾਲਤਾਂ ਦੇ ਜਿਹੜੇ ਜੱਜ ਨੇ ਉਹਨਾਂ ਨੂੰ ਸਿਫਾਰਸ਼ਾਂ ਕਰਵਾ ਕੇ ਰਾਜਨੀਤਿਕ ਲੀਡਰਾਂ ਦੀਆਂ ਆਪਣੇ ਹੱਕ ਵਿੱਚ ਫੈਸਲੇ ਕਰਵਾਉਣੇ, ਜਾਂ ਫਿਰ ਜਿਹੜੇ ਵਿਅਕਤੀ ਫੜੇ ਗਏ ਸੀ ਉਹਨਾਂ ਦੇ ਲੰਬੇ ਰਿਮਾਂਡ ਲੈਣੇ, ਜਾਂ ਜਦੋਂ ਉਹਨਾਂ ਦੀ ਕੁੱਟਮਾਰ ਬਾਰੇ ਕੋਈ ਗੱਲ ਅਦਾਲਤਾਂ ਚੁੱਕਦੀਆਂ ਸੀ ਤਾਂ ਅਦਾਲਤਾਂ ਦਾ ਮੂੰਹ ਬੰਦ ਕਰਨ ਲਈ ਇਹ ਸਾਰਾ ਕੁਛ ਕਰਨਾ, ਇਸ ਗੱਲ ਵਿੱਚ ਸੁਮੇਧ ਸਿੰਘ ਸੈਣੀ ਅਤੇ ਉਹਦੀ ਜਿਹੜੀ ਟੀਮ ਸੀ ਉਹ ਬਿਲਕੁਲ ਮਾਹਰ ਮੰਨੀ ਜਾਂਦੀ ਸੀ। ਸੋ ਅਸੀਂ ਦੇਖ ਸਕਦੇ ਹਾਂ ਵੀ ਉਹ ਇੱਕ ਸੰਸਥਾ ਦਾ ਰੂਪ ਧਾਰਨ ਕਰ ਗਿਆ ਸੀ, ਉਹ ਇੱਕ ਵਰਤਾਰੇ ਦੇ ਰੂਪ ਵਿੱਚ ਸਾਹਮਣੇ ਆਇਆ ਜਿਸ ਲਈ ਮਨੁੱਖੀ ਅਧਿਕਾਰਾਂ ਦੀ ਕੋਈ ਪੁੱਗਤ ਨਹੀਂ ਸੀ। ਉਹ ਜਿਹੜੇ ਵੀ ਵਿਅਕਤੀ ਤੇ ਨੂੰ ਉਹ ਸ਼ੱਕੀ ਸਮਝ ਲੈਂਦਾ ਸੀ, ਇਹ ਉਹਦੀ ਮਾਨਸਿਕਤਾ 'ਤੇ ਡਿਪੈਂਡ ਕਰਦਾ ਸੀ ਵੀ ਉਹ ਕਿਹੜੇ ਵਿਅਕਤੀ ਨੂੰ ਸ਼ੱਕੀ ਸਮਝਦਾ ਹੈ। ਸੋ ਉਹਦਾ ਆਪਣਾ ਇੱਕ ਸੈੱਟ ਪੈਟਰਨ ਸੀ ਘਟਨਾਵਾਂ ਬਾਰੇ। ਸੋ ਉਸ ਸੈੱਟ ਪੈਟਰਨ ਦੇ ਵਿੱਚ ਜਿਹੜਾ ਬੰਦਾ ਫਸਦਾ ਨਹੀਂ ਸੀ, ਉਸ ਨੂੰ ਉਹ ਸ਼ੱਕੀ ਜਾਂ ਅੱਤਵਾਦੀ ਜਾਂ ਖੁੰਖਾਰੂ ਜਾਂ ਜੋ ਵੀ ਜਿਹੜੇ ਉਹ ਸ਼ਬਦ ਵਰਤਦਾ ਸੀ, ਉਹਦੇ ਵਿੱਚ ਉਹ ਉਸ ਤਹਿਤ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦਾ ਸੀ। ਸੋ ਉਸਨੇ ਸੁਮੇਧ ਸਿੰਘ ਸੈਣੀ ਨੇ ਹਰ ਹਰਬਾ ਵਰਤਿਆ, ਘਿਨਾਉਣਾ ਤਸ਼ੱਦਦ ਤਾਂ ਕੀਤਾ ਹੀ, ਪਰ ਇਸ ਦੇ ਨਾਲ ਹੀ ਜਿਹੜੀ ਅੱਤਵਾਦ ਵਿਰੋਧੀ ਲੜਾਈ ਸੀ ਉਹਨੂੰ ਨਿੱਜੀ ਤੌਰ 'ਤੇ ਲੜਿਆ। ਨਿੱਜੀ ਤੌਰ 'ਤੇ ਮੀਨਸ ਇਹ ਲੜਿਆ ਵੀ ਸਮੁੱਚੀ ਜਿਹੜੀ ਖਾੜਕੂ ਲਹਿਰ ਆ ਉਹਨੂੰ ਮਾਰਨਾ ਚਾਹੁੰਦੀ ਹੈ, ਵੀ ਉਹ ਸਾਰਾ ਕੁਝ ਉਹਦੇ ਖਿਲਾਫ ਹੈ। ਉਹਨੇ ਪੰਜਾਬ ਜਾਂ ਦੇਸ਼ ਲਈ ਲੜਾਈ ਘੱਟ ਲੜੀ ਆ, ਆਪਣੇ ਨਿੱਜੀ ਬਚਾਓ ਲਈ ਲੜਾਈ ਜ਼ਿਆਦਾ ਲੜੀ ਹੈ। ਜੇ ਤੁਸੀਂ ਗੁਰਮੀਤ ਸਿੰਘ ਪਿੰਕੀ ਦੀਆਂ ਜਿਹੜੀਆਂ ਕੰਵਰ ਸੰਧੂ ਨਾਲ ਵੀਡੀਓਜ਼ ਆਈਆਂ ਸੀ ਉਹ ਦੇਖੀਆਂ ਹੋਣ ਤਾਂ ਉਹਦੇ ਵਿੱਚ ਉਹ ਸਪਸ਼ਟ ਕਹਿੰਦਾ ਵੀ ਜਦੋਂ ਪ੍ਰੋਫੈਸਰ ਰਜਿੰਦਰਪਾਲ ਸਿੰਘ ਬੁਲਾਰਾ ਨੂੰ ਗ੍ਰਿਫਤਾਰ ਕਰਕੇ ਲਿਆਇਆ ਤਾਂ ਉਹਦੇ 'ਤੇ ਪਹਿਲਾ ਹੀ ਸਵਾਲ ਇਹ ਆਉਂਦਾ ਵੀ ਤੂੰ ਮੈਨੂੰ ਮਾਰਨਾ ਚਾਹੁੰਦਾ ਸੀ। ਇਹ ਵਰਤਾਰਾ ਸੁਮੇਧ ਸਿੰਘ ਸੈਣੀ ਵੱਲੋਂ ਫੜੇ ਗਏ ਬਹੁਤ ਸਾਰੇ ਲੋਕਾਂ ਨਾਲ ਵਰਤਿਆ ਹੈ। ਅਸੀਂ ਜਿਨ੍ਹਾਂ ਨਾਲ ਮੁਲਾਕਾਤਾਂ ਕੀਤੀਆਂ, ਜਿਹੜੇ ਉਹਦੇ ਤਸ਼ੱਦਦ ਤੋਂ ਪੀੜਤ ਰਹੇ ਆ, ਬਹੁਤ ਸਾਰੇ ਲੋਕਾਂ ਨਾਲ ਅਸੀਂ ਮੁਲਾਕਾਤਾਂ ਕੀਤੀਆਂ ਨੇ, ਉਹਨਾਂ ਨੇ ਇਹੋ ਹੀ ਗੱਲ ਕਹੀ ਆ ਵੀ ਹਮੇਸ਼ਾ ਉਹਦੇ ਜ਼ੁਬਾਨ 'ਤੇ ਇਹ ਰਹਿੰਦੀ ਸੀ ਵੀ ਤੂੰ ਮੈਨੂੰ ਮਾਰਨਾ ਚਾਹੁੰਦਾ, ਮੈਨੂੰ ਮਾਰ ਕੇ ਦਿਖਾ, ਮੈਨੂੰ ਕੋਈ ਨਹੀਂ ਮਾਰ ਸਕਦਾ, ਮੈਂ ਸਾਰਿਆਂ ਤੋਂ ਉੱਪਰ ਹਾਂ। ਸੋ ਇਸ ਤਰ੍ਹਾਂ ਉਹ ਬਿਲਕੁਲ ਇੱਕ ਨਿੱਜੀ ਲੜਾਈ ਦੇ ਤੌਰ 'ਤੇ ਉਹਨੇ ਇਸ ਨੂੰ ਲੜਿਆ ਹੈ। ਉਹਦੇ ਵਿੱਚ ਪੰਜਾਬ ਦੇ ਹਿੱਤ ਜਾਂ ਦੇਸ਼ ਦੇ ਹਿੱਤਾਂ ਵਾਲੀ ਕੋਈ ਗੱਲਬਾਤ ਨਹੀਂ ਸੀ। ਦੇਸ਼ ਦੇ ਹਿੱਤਾਂ ਨੂੰ ਮੂਹਰਾ ਬਣਾ ਕੇ ਉਸਨੇ ਆਪਣੀ ਨਿੱਜੀ ਲੜਾਈ ਆ ਲੜੀ, ਬੰਦੇ ਫੜਨੇ, ਬੰਦੇ ਛੱਡ ਦੇਣੇ, ਜਾਂ ਜਿਸ ਤਰ੍ਹਾਂ ਹੁਣ ਇਹ ਆਉਂਦਾ ਹੈਗਾ ਵੀ ਲੁਧਿਆਣੇ ਵਿੱਚ ਇੱਕ ਹਿੰਦੂ ਜਥੇਬੰਦੀ ਦੇ ਬੰਦੇ ਫੜੇ ਗਏ ਸੀ, ਉਹਨਾਂ ਕੋਲੋਂ ਬਹੁਤ ਸਾਰੇ ਹਥਿਆਰ ਮਿਲੇ ਸੀ, ਉਹਨਾਂ ਨੂੰ ਬਿਨਾਂ ਕਿਸੇ ਵੱਡੇ ਆਫੀਸ਼ੀਅਲਸ ਨੂੰ ਦੱਸੇ ਤੋਂ ਬਿਨਾਂ ਆਪਣੇ ਤੌਰ 'ਤੇ ਹੀ ਫੈਸਲਾ ਲੈ ਕੇ ਛੱਡ ਦਿੱਤਾ ਗਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਕਾਨੂੰਨ ਤੋਂ ਉੱਪਰ ਜਾਣ ਵਾਲੀ ਗੱਲ ਸੀ, ਵੀ ਕੋਈ ਉਹ ਤੈਅ ਕਰਦਾ ਸੀ ਵੀ ਕਾਨੂੰਨ ਕਿਹਦੇ 'ਤੇ ਲਾਗੂ ਹੋਣਾ ਅਤੇ ਕਿਹੜਾ ਕਾਨੂੰਨ ਲਾਗੂ ਹੋਣਾ। ਸੋ ਇਸ ਤਰ੍ਹਾਂ ਦਾ ਸੰਸਥਾਈ ਰੂਪ ਜਿਹੜਾ ਪੰਜਾਬ ਪੁਲਿਸ ਦਾ ਮੁਜਰਮੀਕਰਨ ਉਹਨੇ ਕੀਤਾ ਹੈ, ਉਹ ਸਿਰਫ ਆਮ ਲੋਕਾਂ ਦੀ ਕੁੱਟਮਾਰ ਤੱਕ ਹੀ ਸੀਮਿਤ ਨਹੀਂ ਰਿਹਾ। ਮੁੜ ਕੇ ਅਦਾਲਤਾਂ ਦੇ ਜੱਜਾਂ ਨੂੰ ਧਮਕਾਉਣ, ਉਹਨਾਂ ਤੋਂ ਆਪਣੇ ਮਨਪਸੰਦ ਦੇ ਰਿਮਾਂਡ ਲੈਣ ਜਾਂ ਮਨਪਸੰਦ ਦੇ ਫੈਸਲੇ ਕਰਾਉਣ, ਜਾਂ ਇੱਥੋਂ ਤੱਕ ਸੁਪਰੀਮ ਕੋਰਟ ਤੱਕ ਇਹ ਹੋਇਆ ਵੀ ਇਹ ਸੁਮੇਧ ਸਿੰਘ ਸੈਣੀ ਇਹ ਚੁਣਦਾ ਸੀ ਵੀ ਕਿਹੜਾ ਜੱਜ ਮੇਰਾ ਕੇਸ ਸੁਣੇਗਾ। ਸੋ ਤੁਸੀਂ ਦੇਖੋ ਵੀ ਜਦੋਂ ਭਾਈ ਬਲਵੰਤ ਸਿੰਘ ਮੁਲਤਾਨੀ ਵਾਲਾ ਕੇਸ 2011 ਵਿੱਚ ਸੁਪਰੀਮ ਕੋਰਟ 'ਚ ਜਾਂਦਾ ਤਾਂ 3-4 ਜੱਜਾਂ ਨੇ ਇਸ ਕੇਸ ਨੂੰ ਸੁਣਨ ਤੋਂ ਨਾਂਹ ਕਰ ਦਿੱਤੀ ਸੀ, ਕਿਉਂਕਿ ਹੋ ਸਕਦਾ ਵੀ ਪਹਿਲਾਂ ਹੀ ਉਹਨਾਂ ਨੂੰ ਟੈਲੀਫੋਨ ਗਏ ਹੋਣ ਜਾਂ ਮੈਨੀਪੂਲੇਸ਼ਨ ਹੋਈ ਹੋਵੇ, ਉਹਨਾਂ ਨੇ ਇਸ ਕੇਸ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ। ਸੋ ਜਦੋਂ ਸੁਮੇਧ ਸਿੰਘ ਸੈਣੀ ਦੇ ਪਸੰਦ ਦਾ ਜੱਜ ਸੁਪਰੀਮ ਕੋਰਟ ਵਿੱਚ ਆਇਆ ਜਾਂ ਉਸ ਨੂੰ ਲੱਗਿਆ ਵੀ ਇਹ ਜੱਜ ਮੇਰੇ ਹੱਕ ਵਿੱਚ ਫੈਸਲਾ ਕਰੇਗਾ, ਤਾਂ ਹੀ ਕੇਸ ਆ ਜਿਹੜਾ ਅੱਗੇ ਵਧਣ ਦਿੱਤਾ ਗਿਆ। ਸੋ ਉਸਨੇ ਸਮੁੱਚੀਆਂ ਸੰਸਥਾਵਾਂ ਦਾ ਮੁਜਰਮੀਕਰਨ ਕਰਨ ਦਾ ਯਤਨ ਕੀਤਾ ਹੈ, ਜੱਜਾਂ ਨੂੰ ਧਮਕਾਉਣ ਦਾ ਅਤੇ ਜੱਜਾਂ ਨਾਲ ਇੱਕ ਤਰ੍ਹਾਂ ਨਾਲ ਯਾਰੀਆਂ ਗੰਢ ਕੇ ਆਪਣੇ ਹੱਕ ਵਿੱਚ ਫੈਸਲੇ ਕਰਾਉਣ ਦਾ। ਸੋ ਇਹ ਕ੍ਰਿਮੀਨਲਾਈਜੇਸ਼ਨ ਆਫ ਸਿਸਟਮ ਸੀ। ਉਹਦੇ ਵਿੱਚ ਬਹੁਤ ਸਾਰੇ IAS ਅਫਸਰ ਵੀ ਉਹਦੇ ਨਾਲ ਜੁੜੇ, ਬਹੁਤ ਸਾਰੇ ਪੱਤਰਕਾਰ ਨਾਲ ਜੁੜੇ,
ਜਿਹੜੇ ਹੇਠਲੇ ਪੁਲਿਸ ਅਫਸਰ ਸੀ ਉਹ ਤਾਂ ਬਹੁਤ ਸਾਰੇ ਉਹਦੇ ਨਾਲ ਸੀ। ਹਾਂ, ਪੰਜਾਬ ਪੁਲਿਸ ਵਿੱਚ ਦੋ ਧੜੇ ਨੇ, ਇੱਕ ਉਹਦਾ ਵਿਰੋਧੀ ਧੜਾ ਵੀ ਹੈ ਜਿਹੜਾ ਇਹਦੀਆਂ ਇਸ ਕਾਰਵਾਈਆਂ ਦੀ ਵਿਰੋਧਤਾ ਕਰਦਾ ਸੀ। ਤੇ 1990 ਵਿੱਚ ਜਦੋਂ ਇਹ ਚੰਡੀਗੜ੍ਹ ਦਾ ਐਸਪੀ ਬਣ ਕੇ ਸਾਹਮਣੇ ਆਇਆ ਤਾਂ ਉਸ ਵੇਲੇ ਸਿੱਖ ਨੌਜਵਾਨਾਂ ਦੀ ਫੜੋ ਫੜਾਈ ਵੱਡੀ ਪੱਧਰ ਤੇ ਹੋ ਰਹੀ ਸੀ। ਉਸ ਵੇਲੇ ਕੁਝ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦਾ 2-3 ਵਾਰ ਰਿਮਾਂਡ ਲੈ ਲਿਆ ਗਿਆ ਸੀ, ਪੁਲਿਸ ਰਿਮਾਂਡ। ਜਦੋਂ ਚੌਥੀ ਵਾਰ ਰਿਮਾਂਡ ਮੰਗਣ ਲਈ ਪੁਲਿਸ ਨੇ ਅਰਜ਼ੀ ਦਿੱਤੀ ਤਾਂ ਜੱਜ ਸਾਹਿਬਾਨ ਨੇ ਉਹਨਾਂ ਦੀ ਹਾਲਤ ਦੇਖ ਕੇ ਨੌਜਵਾਨਾਂ ਦੀ, ਕਿਉਂਕਿ ਬਹੁਤ ਸਾਰਾ ਤਸ਼ੱਦਦ ਹੋ ਚੁੱਕਿਆ ਸੀ, ਉਹਨਾਂ ਦੀ ਹਾਲਤ ਦੇਖ ਕੇ ਉਹਨਾਂ ਨੂੰ ਰਿਮਾਂਡ ਦੇਣ ਤੋਂ ਨਾਂਹ ਕਰ ਦਿੱਤੀ। ਤਾਂ ਸਮੇਤ ਸਿੰਘ ਸੈਣੀ ਨੇ ਟਿੱਪਣੀ ਕੀਤੀ ਸੀ ਵੀ ਅਦਾਲਤਾਂ ਨਹੀਂ ਹੋਣੀਆਂ ਚਾਹੀਦੀਆਂ, ਸਿਰਫ ਪੁਲਿਸ ਕੋਲ ਅਧਿਕਾਰ ਹੋਣੇ ਚਾਹੀਦੇ ਹਨ ਕਿ ਉਹ ਆਪਣੇ ਤੌਰ ਤੇ ਫੈਸਲੇ ਲੈ ਸਕੇ। ਉਹ ਕਹਿੰਦਾ ਵੀ ਅਦਾਲਤਾਂ ਜਿਹੜੀਆਂ ਹੈਗੀਆਂ ਨੇ ਉਹ ਰਿਮਾਂਡ ਨਹੀਂ ਦਿੰਦੀਆਂ, ਸਾਨੂੰ ਪੁੱਛਗਿੱਛ ਲਈ ਲੰਮੇ ਰਿਮਾਂਡ ਚਾਹੀਦੇ ਹਨ। ਸੋ ਦੇਖੋ, ਸਮੇਂ ਦਾ ਚੱਕਰ ਘੁੰਮਿਆ। ਅੱਜ 15, 20, 25 ਸਾਲਾਂ ਤੋਂ ਬਾਅਦ, 1990 ਤੋਂ ਬਾਅਦ 30 ਸਾਲਾਂ ਬਾਅਦ ਤੁਸੀਂ ਦੇਖੋ ਵੀ ਜਿਹੜਾ ਵਿਅਕਤੀ ਕਹਿੰਦਾ ਸੀ ਅਦਾਲਤਾਂ ਨਹੀਂ ਚਾਹੀਦੀਆਂ, ਇਹ ਰਿਮਾਂਡ ਨਹੀਂ ਦਿੰਦੀਆਂ, ਅੱਜ ਉਹੀ ਵਿਅਕਤੀ ਅਦਾਲਤਾਂ ਅੱਗੇ ਗਿੜਗੜਾ ਰਿਹਾ ਹੈ ਕਿ ਮੇਰਾ ਰਿਮਾਂਡ ਨਾ ਦਿੱਤਾ ਜਾਵੇ। ਪੰਜਾਬ ਪੁਲਿਸ ਮੈਨੂੰ ਫੜਨਾ ਚਾਹੁੰਦੀ ਹੈ, ਮੈਨੂੰ ਜ਼ਮਾਨਤ ਦਿੱਤੀ ਜਾਵੇ, ਮੇਰਾ ਰਿਮਾਂਡ ਨਾ ਦਿੱਤਾ ਜਾਵੇ। ਉਸ ਵੇਲੇ ਉਹ ਕਹਿ ਰਿਹਾ ਸੀ ਰਿਮਾਂਡ ਦਿੱਤਾ ਜਾਵੇ ਪੁਲਿਸ ਨੂੰ, ਕਿਉਂਕਿ ਆਪ ਪੁਲਿਸ ਆਫੀਸਰ ਸੀ। ਹੁਣ ਜਦੋਂ ਆਪਣੇ ਕੀਤੇ ਹੋਏ ਜੁਰਮਾਂ ਵਿੱਚ ਉਸ ਨੂੰ ਗ੍ਰਿਫਤਾਰ ਕਰਨ ਦੇ ਯਤਨ ਕਰ ਰਹੇ ਹਨ, ਤਾਂ ਹੁਣ ਅਦਾਲਤਾਂ ਅੱਗੇ, ਕਦੇ ਮੋਹਾਲੀ ਦੀ ਕੋਰਟ ਅੱਗੇ, ਕਦੇ ਹਾਈ ਕੋਰਟ ਅੱਗੇ, ਤੇ ਹੁਣ ਸੁਪਰੀਮ ਕੋਰਟ ਅੱਗੇ ਇਹ ਗੁਹਾਰ ਲਾ ਰਿਹਾ ਹੈ ਕਿ ਮੈਨੂੰ ਬਚਾ ਲਓ, ਸਿਰਫ ਮੈਨੂੰ ਅਦਾਲਤਾਂ ਬਚਾ ਸਕਦੀਆਂ ਨੇ, ਮੇਰੀ ਜ਼ਮਾਨਤ ਮਨਜ਼ੂਰ ਕਰ ਲਈ ਜਾਵੇ, ਮੇਰਾ ਰਿਮਾਂਡ ਨਾ ਦਿੱਤਾ ਜਾਵੇ। ਸੋ 30 ਸਾਲਾਂ ਦੌਰਾਨ ਸਮੇਂ ਨੇ ਇੱਕ ਚੱਕਰ ਕੱਟ ਲਿਆ ਹੈ। ਜਿਹੜਾ ਪੁਲਿਸ ਦਾ ਮੁਜਰਮੀਕਰਨ ਹੋਇਆ ਸੀ ਉਹਦੇ ਚੋਟੀ ਤੇ ਸਮੇਤ ਸਿੰਘ ਸੈਣੀ ਬੈਠਾ ਸੀ। ਸੋ ਅਸੀਂ ਸਮਝਦੇ ਹਾਂ ਵੀ ਜੇ ਕਾਨੂੰਨ ਨੇ ਆਪਣੀ ਪ੍ਰਸੰਗਿਕਤਾ ਬਹਾਲ ਕਰਨੀ ਹੈ, ਭਾਰਤ ਦੇ ਸਮੁੱਚੇ ਕਾਨੂੰਨ ਨੇ ਪੰਜਾਬ ਦੇ ਲੋਕਾਂ ਵਿੱਚ ਜਾਂ ਸਿੱਖਾਂ ਵਿੱਚ ਬੜਾ ਵਿਸ਼ਵਾਸ ਕਰਨਾ ਹੈ, ਤੇ ਬਲਵੰਤ ਸਿੰਘ ਮੁਲਤਾਨੀ ਵਾਲਾ ਕੇਸ ਜੇ ਕਾਨੂੰਨੀ ਪੱਖ ਤੋਂ ਲੜਿਆ ਜਾਂਦਾ ਹੈ ਤੇ ਦੇਖਿਆ ਜਾਂਦਾ ਹੈ, ਤੇ ਸਮੇਤ ਸਿੰਘ ਸੈਣੀ ਨੂੰ ਜੇ ਉਹਦਾ ਦੋਸ਼ ਸਾਬਤ ਹੁੰਦਾ ਹੈ ਤਾਂ ਉਹਨੂੰ ਸਜ਼ਾ ਮਿਲਦੀ ਹੈ, ਜੇ ਉਹਦਾ ਦੋਸ਼ ਨਹੀਂ ਸਾਬਤ ਹੁੰਦਾ ਤਾਂ ਉਹ ਬਰੀ ਹੋ ਜਾਏਗਾ। ਪਰ ਇਸ ਤਰ੍ਹਾਂ ਕਰਨ ਨਾਲ ਉਹ ਕਾਨੂੰਨ ਵਿੱਚ ਵਿਸ਼ਵਾਸ ਹੈ ਜਿਹੜਾ ਸਿੱਖਾਂ ਦਾ ਉਹ ਬਹਾਲ ਹੋਏਗਾ। ਸੋ ਅਸੀਂ ਸਮਝ ਸਕਦੇ ਹਾਂ। ਤੇ ਜੇ ਉਹਨੂੰ ਸਜ਼ਾ ਹੁੰਦੀ ਹੈ ਤਾਂ ਇਹ ਹੋਵੇਗਾ ਕਿ ਪੁਲਿਸ ਦੇ ਮੁਜਰਮੀਕਰਨ ਵਿੱਚ ਜਿਹੜਾ ਬੰਦਾ ਟੀਸੀ ਤੇ ਬੈਠਾ ਸੀ, ਜਦੋਂ ਉਹਦੀ ਗਰਦਨ ਨੂੰ ਹੱਥ ਪਿਆ ਤਾਂ ਅਸੀਂ ਸਮਝਦੇ ਹਾਂ ਵੀ ਪੰਜਾਬ ਪੁਲਿਸ ਦੇ ਬਾਕੀ ਜਿਹੜੇ ਆਫੀਸਰ ਨੇ, ਜਿਹੜੇ ਜ਼ੁਲਮ ਅਤੇ ਤਸ਼ੱਦਦ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਨੇ, ਔਰ ਜਿਹੜੇ ਸਮੇਤ ਸਿੰਘ ਸੈਣੀ ਵਾਂਗ ਸੋਚ ਕੇ ਉਹ ਸਿੱਖਾਂ ਵਿਰੁੱਧ ਜਿਹੜੀ ਲੜਾਈ ਹੈ ਜਾਂ ਖਾੜਕੂਵਾਦ ਦੇ ਖਿਲਾਫ ਜਿਹੜੀ ਲੜਾਈ ਹੈ ਉਹਨੂੰ ਆਪਣੀ ਨਿੱਜੀ ਲੜਾਈ ਬਣਾ ਕੇ ਚੱਲ ਰਹੇ ਨੇ, ਉਹਨਾਂ ਨੂੰ ਕੁਝ ਸਬਕ ਮਿਲੇਗਾ ਅਤੇ ਉਹ ਕਾਨੂੰਨ ਦੇ ਅਨੁਸਾਰ ਪੰਜਾਬ ਵਿੱਚ ਕਾਰਜ ਕਰਨ ਦਾ ਯਤਨ ਕਰਨਗੇ। ਸੋ ਸਮੇਤ ਸਿੰਘ ਸੈਣੀ ਜੋ ਇਹ ਆਖਦਾ ਸੀ ਵੀ ਅਦਾਲਤਾਂ ਨਹੀਂ ਹੋਣੀਆਂ ਚਾਹੀਦੀਆਂ, ਜੋ ਕਿ ਅਦਾਲਤਾਂ ਦੇ ਖਿਲਾਫ ਵਿਚਾਰ ਪ੍ਰਗਟ ਕਰਦਾ ਸੀ, ਔਰ ਉਹ ਇੰਨੀ ਦਹਿਸ਼ਤ ਸੀ ਵੀ ਉਹ ਕਿਸੇ ਦੀ ਵੀ ਕੁੱਟਮਾਰ ਕਰ ਦਿੰਦਾ ਸੀ। ਤੇ 26 ਸੈਕਟਰ ਵਿੱਚ ਇੱਕ ਪੁਲਿਸ ਫੌਜ ਦੇ ਕਰਨਲ ਦੀ ਕੁੱਟਮਾਰ ਉਹਨਾਂ ਦਿਨਾਂ ਵਿੱਚ 1990 ਵਿੱਚ ਹੀ ਕੀਤੀ ਗਈ। ਉਹਦੀਆਂ ਵੱਡੀਆਂ ਗੁਹਾਰਾਂ ਦੇ ਬਾਵਜੂਦ ਵੀ ਕਿਸੇ ਨੇ ਵੀ ਸਮੇਤ ਸਿੰਘ ਸੈਣੀ ਤੇ ਉਂਗਲ ਨਹੀਂ ਉਠਾਈ ਜਾਂ ਕੋਈ ਕੇਸ ਨਹੀਂ ਦਰਜ ਕੀਤਾ ਗਿਆ। ਸੋ ਅੱਜ ਹੁਣ ਜਦੋਂ ਭਾਈ ਬਲਵੰਤ ਸਿੰਘ ਮੁਲਤਾਨੀ ਵਾਲੇ ਕੇਸ ਵਿੱਚ ਕਾਨੂੰਨੀ ਤੌਰ ਤੇ ਉਹ ਸਕੰਜੇ ਵਿੱਚ ਹਨ, ਤਾਂ ਹੋਰ ਬਹੁਤ ਸਾਰੇ ਜਿਹੜੇ ਨੌਜਵਾਨਾਂ ਤੇ ਤਸ਼ੱਦਦ ਹੋਇਆ, ਬਜ਼ੁਰਗਾਂ ਤੇ ਤਸ਼ੱਦਦ ਹੋਇਆ, ਉਹ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸੋ ਅਸੀਂ ਸਮਝਦੇ ਹਾਂ ਵੀ ਇੱਕ ਪੰਜਾਬ ਦੇ ਦੁਖਾਂਤ ਦਾ ਇੱਕ ਪੱਖ ਇਹ ਵੀ ਹੈ। ਇੱਕ ਪੱਖ ਤਾਂ ਇਹ ਹੈ ਵੀ ਚਲੋ ਪੰਜਾਬ ਪੁਲਿਸ ਨੇ ਕੋਈ ਲੜਾਈ ਲੜੀ ਆ, ਪਰ ਦੂਜੇ ਪਾਸੇ ਆ ਵੀ ਉਸ ਲੜਾਈ ਦੇ ਨਾਂ ਤੇ ਜਿੰਨੀਆਂ ਨਿੱਜੀ ਰੰਜਿਸ਼ਾਂ ਜਾਂ ਨਿੱਜੀ ਕਤਲੋਗਾਰਤ ਹੋਈ ਹੈ ਉਸ ਦਾ ਪੱਖ ਵੀ ਸਾਫ਼ ਹੋਣਾ ਚਾਹੀਦਾ ਹੈ। ਸੋ 30 ਸਾਲਾਂ 30-35 ਸਾਲਾਂ ਦਾ ਇੱਕ ਪਾਸੇ ਦਾ ਜਿਹੜਾ ਗੰਦ ਸੀ ਉਹ ਕਲੀਅਰ ਹੋਣਾ ਚਾਹੀਦਾ, ਉਹ ਸਾਫ਼ ਹੋਣਾ ਚਾਹੀਦਾ, ਕਾਨੂੰਨ ਦੇ ਅਨੁਸਾਰ ਸਾਫ਼ ਹੋਣਾ ਚਾਹੀਦਾ। ਅਸੀਂ ਨਹੀਂ ਕਹਿੰਦੇ ਕਿਸੇ ਦੀ ਕੁੱਟਮਾਰ ਹੋਵੇ, ਅਸੀਂ ਇਹ ਵੀ ਨਹੀਂ ਚਾਹੁੰਦੇ ਜਿਵੇਂ ਸੋਸ਼ਲ ਮੀਡੀਆ ਤੇ ਆ ਰਿਹਾ ਹੈ, ਬਹੁਤ ਸਾਰੇ ਨੌਜਵਾਨਾਂ ਵੱਲੋਂ ਆ ਰਿਹਾ ਹੈ ਵੀ ਜਿਸ ਤਰ੍ਹਾਂ ਇਹ ਸਿੱਖਾਂ ਤੇ ਤਸ਼ੱਦਦ ਕਰਦਾ ਸੀ ਉਸੇ ਤਰ੍ਹਾਂ ਹੀ ਇਹਨੂੰ ਗ੍ਰਿਫਤਾਰ ਕਰਕੇ ਤਸ਼ੱਦਦ ਕਰਨਾ ਚਾਹੀਦਾ ਹੈ। ਅਸੀਂ ਸਮਝਦੇ ਹਾਂ ਵੀ ਇਹ ਸਿੱਖ ਤਰਜ਼ ਜ਼ਿੰਦਗੀ ਨਾਲ ਠੀਕ ਨਹੀਂ ਹੈ। ਸਿੱਖ ਇਤਿਹਾਸ ਨੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਸਿਖਾਈਆਂ ਵੀ ਜਿਹੜਾ ਕੋਈ ਵਿਰੋਧੀ ਆ ਜਾਂ ਦੁਸ਼ਮਣ ਆ ਜਦੋਂ ਤੁਹਾਡੇ ਕਬਜ਼ੇ ਵਿੱਚ ਆ ਜਾਵੇ ਤਾਂ ਸਿੱਖ ਪੰਥ ਦੀਆਂ ਰਵਾਇਤਾਂ ਨੇ ਵੀ ਉਹਦੇ ਤੇ ਤਸ਼ੱਦਦ ਨਹੀਂ ਕੀਤਾ ਜਾਂਦਾ। ਜਦੋਂ ਨਾਦਰ ਸ਼ਾਹ ਨੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਤੇ ਪਵਿੱਤਰ ਸਰੋਵਰ ਨੂੰ ਪੋਰ ਦਿੱਤਾ ਤਾਂ ਉਤੋਂ 2-3 ਮਹੀਨਿਆਂ ਬਾਅਦ ਹੀ ਸਿੰਘਾਂ ਨੇ ਨਾਦਰ ਸ਼ਾਹ ਦੀ ਫੌਜ ਨੂੰ ਆਪਣੇ ਕਬਜ਼ੇ ਹੇਠ ਕਰ ਲਿਆ। 500-600 ਸਿਪਾਹੀ ਸਿੰਘਾਂ ਦੇ ਕਬਜ਼ੇ ਹੇਠ ਆਇਆ, ਜਿਨ੍ਹਾਂ ਤੋਂ ਸਰੋਵਰ ਵਿੱਚੋਂ ਮਿੱਟੀ ਕਢਾਉਣ ਦੀ ਜਿਹੜੀ ਸੇਵਾ ਸੀ ਉਹ ਕਰਵਾਈ ਗਈ। ਤੇ ਦੱਸਿਆ ਜਾਂਦਾ ਵੀ ਹੁਣ ਦੇਖੋ ਵੀ ਕਿੰਨਾ ਗੁੱਸਾ ਹੋ ਸਕਦਾ ਹੈ ਸਿੱਖਾਂ ਦੇ ਮਨਾਂ ਵਿੱਚ ਵੀ ਜਿਨ੍ਹਾਂ ਫੌਜੀਆਂ ਨੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਜਾਂ ਹਮਲਾਵਰ ਹੋ ਕੇ ਆਏ, ਜਦੋਂ ਉਹ ਗ੍ਰਿਫਤ ਵਿੱਚ ਆਏ ਹੋਣਗੇ ਤਾਂ ਸਿੱਖਾਂ ਦੇ ਮਨ ਕਿੰਨੇ ਗੁੱਸੇ ਨਾਲ ਭਰੇ ਹੋਏ ਹੋਣਗੇ। ਪਰ ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲਦਿਆਂ ਉਹਨਾਂ ਇੱਕ ਵੀ ਫੌਜੀ ਦਾ ਇੱਕ ਥੱਪੜ ਤੱਕ ਨਹੀਂ ਮਾਰਿਆ। ਉਹਨਾਂ ਨੂੰ ਦੋਵੇਂ ਵੇਲੇ ਦੀ ਰੋਟੀ ਮਿਲਦੀ ਸੀ
ਤੇ ਸਵੇਰ ਤੋਂ ਸ਼ਾਮ ਤੱਕ ਉਹਨਾਂ ਤੋਂ ਕੰਮ ਕਰਾਇਆ ਜਾਂਦਾ ਸੀ। ਜਦੋਂ ਉਹਨਾਂ ਨੇ ਸਰੋਵਰ ਵਿੱਚੋਂ ਮਿੱਟੀ ਕੱਢ ਦਿੱਤੀ ਤਾਂ ਉਹਨਾਂ ਨੂੰ ਆਪਣੇ ਘਰੋਂ ਘਰੀ ਜਾਣ ਦਿੱਤਾ ਗਿਆ। ਸੋ ਕਿਸੇ ਤੇ ਤਸ਼ੱਦਦ ਨਹੀਂ ਕੀਤਾ ਗਿਆ। ਸਿੱਖ ਰਵਾਇਤਾਂ, ਜਦੋਂ ਅਸੀਂ ਇਹ ਗੱਲ ਕਰਦੇ ਹਾਂ ਵੀ ਸਿੱਖਾਂ ਤੇ ਤਸ਼ੱਦਦ ਨਹੀਂ ਹੋਣਾ ਚਾਹੀਦਾ, ਤਾਂ ਸਾਨੂੰ ਇਹ ਹੋਣਾ ਚਾਹੀਦਾ ਵੀ ਸਮੁੱਚੀ ਮਨੁੱਖਤਾ ਤੇ ਤਸ਼ੱਦਦ ਨਾ ਹੋਵੇ। ਤੇ ਦੂਜਾ, ਫਾਂਸੀ ਦੀ ਸਜ਼ਾ ਬਾਰੇ ਵੀ ਜਦੋਂ ਅਸੀਂ ਚਾਹੁੰਦੇ ਹਾਂ ਵੀ ਦੁਨੀਆ ਭਰ ਵਿੱਚੋਂ ਫਾਂਸੀ ਦੀ ਸਜ਼ਾ ਖਤਮ ਹੋਣੀ ਚਾਹੀਦੀ ਹੈ, ਤਾਂ ਉਸ ਫਾਂਸੀ ਦਾ ਕੋਈ ਵੀ ਸਾਹਮਣਾ ਕਰਦਾ ਹੈ, ਸਾਨੂੰ ਸਿਧਾਂਤਕ ਤੌਰ ਤੇ ਉਹਦਾ ਵਿਰੋਧ ਕਰਨਾ ਚਾਹੀਦਾ ਹੈ। ਸੋ ਸੁਮੇਧ ਸਿੰਘ ਸੈਣੀ ਦੇ ਖਿਲਾਫ ਕਾਨੂੰਨੀ ਤੌਰ ਤੇ ਕੇਸ ਬਹੁਤ ਮਜ਼ਬੂਤ ਹੈ। ਜੇ ਭਾਰਤ ਸਰਕਾਰ ਨੇ ਉਸ ਦੇ ਹੱਕ ਵਿੱਚ ਕੋਈ ਪੈਂਤੜਾ ਨਾ ਲਿਆ ਜਾਂ ਸੁਪਰੀਮ ਕੋਰਟ ਵਿੱਚੋਂ ਉਸ ਨੂੰ ਜ਼ਮਾਨਤ ਮਿਲ ਜਾਂਦੀ ਹੈ ਜਾਂ ਉਹਨੂੰ ਬਚਾਉਣ ਦਾ ਯਤਨ ਨਾ ਕੀਤਾ, ਤਾਂ ਅਸੀਂ ਸਮਝਦੇ ਹਾਂ ਵੀ ਕੇਸ ਜਿੰਨਾ ਕਾਨੂੰਨੀ ਤੌਰ ਤੇ ਮਜ਼ਬੂਤ ਹੈ ਤਾਂ ਉਹਦੇ ਵਿੱਚ ਉਹਨੂੰ ਸਜ਼ਾ ਹੋਣੀ ਨਿਸ਼ਚਿਤ ਹੈ। ਸੋ ਉਹਦੀ ਸਜ਼ਾ ਹੀ ਪੰਜਾਬ ਪੁਲਿਸ ਦੇ ਮੁਜਰਮੀਕਰਨ ਨੂੰ ਠੱਲ ਪਾਵੇਗੀ। ਅਤੇ ਹੋਰ ਜਿਹੜੇ ਆਫੀਸਰ ਹੁਣ ਤੱਕ ਇਹ ਸਮਝਦੇ ਸੀ ਕਿ ਬੰਦੇ ਮਾਰ ਕੇ ਜਾਂ ਤਸ਼ੱਦਦ ਕਰਕੇ ਅੱਗੇ ਵਧਿਆ ਜਾ ਸਕਦਾ ਹੈ ਜਾਂ ਬਹੁਤ ਵੱਡੀ ਪੱਧਰ ਤੇ ਗ੍ਰਿਫਤਾਰੀਆਂ ਕਰਕੇ ਅਸੀਂ ਆਪਣੇ ਨੰਬਰ ਬਣਾ ਕੇ ਅੱਗੇ ਚੱਲ ਸਕਦੇ ਹਾਂ, ਉਹਨਾਂ ਲਈ ਇਹ ਇੱਕ ਜਿਹੜਾ ਕੇਸ ਹੈ ਉਹ ਇੱਕ ਸੰਦੇਸ਼ ਹੋਵੇਗਾ ਕਿ ਹੁਣ ਉਹਨਾਂ ਨੂੰ ਕਾਨੂੰਨ ਅਨੁਸਾਰ ਕੰਮ ਕਰਨਾ ਪਵੇਗਾ। ਤੇ ਦੂਜਾ, ਅਤੀਤ ਵਿੱਚ ਉਹਨਾਂ ਨੇ ਜਿਹੜੇ ਜੁਰਮ ਕਰੇ ਹਨ, ਕਿਤੇ ਨਾ ਕਿਤੇ ਬਾਕੀ ਆਫੀਸਰਸ ਨੂੰ ਵੀ ਉਹਨਾਂ ਦਾ ਜਿਹੜਾ ਹਰਜਾਨਾ ਉਹ ਭੁਗਤਣਾ ਪਵੇਗਾ। ਜਿਹੜੇ ਉਹਨਾਂ ਦੇ ਖਿਲਾਫ ਵੀ ਜੇ ਕੋਈ ਸ਼ਿਕਾਇਤਾਂ ਹਨ ਜਾਂ ਕੇਸ ਹਨ, ਅਸੀਂ ਸਮਝਦੇ ਹਾਂ ਵੀ ਇਸ ਕੇਸ ਦਾ ਫੈਸਲਾ ਹੋਣ ਤੋਂ ਬਾਅਦ ਬਹੁਤ ਸਾਰੇ ਹੋਰ ਕੇਸ ਉੱਠਣਗੇ ਜਿਨ੍ਹਾਂ ਦਾ ਕਿ ਫੈਸਲਾ ਅਗਲੇ ਦਿਨਾਂ ਵਿੱਚ ਆਵੇਗਾ। ਸੋ ਹੋਰ ਬਹੁਤ ਸਾਰੇ ਲੋਕ ਜਿਗਰਾ ਕਰਕੇ ਸਾਹਮਣੇ ਆਉਣਗੇ ਜਿਨ੍ਹਾਂ ਤੇ ਤਸ਼ੱਦਦ ਹੋਇਆ ਹੈ। ਸੋ ਇਹ ਜਿਹੜਾ ਇੱਕ ਪਾਸੇ ਦਾ ਗੰਦ ਹੈ, ਜਿਹੜਾ ਸਰਕਾਰ ਨੇ ਵਰਦੀ ਧਾਰੀ ਲੋਕਾਂ ਨੇ ਇੱਕ ਤਸ਼ੱਦਦ ਤੇ ਜ਼ੁਲਮ ਦੀ ਮੁਹਿੰਮ ਚਲਾਈ ਸੀ, ਜਦੋਂ ਤੱਕ ਉਹ ਸਾਫ਼ ਨਹੀਂ ਹੁੰਦਾ, ਪੰਜਾਬ ਦੀ ਫਿਜ਼ਾ ਰਾਜਨੀਤਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਸਾਫ਼ ਨਹੀਂ ਹੋਵੇਗੀ। ਅਸੀਂ ਸਮਝਦੇ ਹਾਂ ਵੀ ਸੁਮੇਧ ਸਿੰਘ ਸੈਣੀ ਦਾ ਵਰਤਾਰਾ ਹੈ ਜਿਹੜਾ, ਉਹਦਾ ਅੰਤ ਹੋਣ ਦਾ ਜਿਹੜਾ ਸਮਾਂ ਨੇੜੇ ਆ ਗਿਆ, ਜੇ ਸਰਕਾਰ ਨੇ ਉਸ ਨੂੰ ਬਚਾਉਣ ਦਾ ਯਤਨ ਨਾ ਕੀਤਾ ਤਾਂ। ਅੱਗੇ ਦੇਖਦੇ ਹਾਂ ਕੀ ਬਣਦਾ, ਸੁਪਰੀਮ ਕੋਰਟ 'ਚੋਂ ਕਿਸ ਤਰ੍ਹਾਂ ਦਾ ਫੈਸਲਾ ਆਉਂਦਾ। ਪਰ ਇਸ ਵੇਲੇ ਸਥਿਤੀ ਇਹ ਹੈ ਵੀ ਜਿਹੜਾ ਬੰਦਾ ਅਦਾਲਤਾਂ ਨੂੰ ਅੱਗੇ ਲਾਈ ਫਿਰਦਾ ਸੀ, ਅੱਜ ਉਹ ਅਦਾਲਤਾਂ ਦੇ ਮਗਰ ਭੱਜਿਆ ਫਿਰਦਾ ਹੈ ਕਿ ਮੇਰੀ ਜਾਨ ਬਚਾਓ, ਮੈਨੂੰ ਕਿਸੇ ਢੰਗ ਨਾਲ ਬਚਾ ਲਓ। ਸਮੇਂ ਦੀ ਹਰਕਤ ਨੇ ਉਸ ਨੂੰ ਇਸ ਪੜਾਅ 'ਤੇ ਲੈ ਜਾਂਦਾ ਹੈ ਜਿੱਥੇ ਉਸ ਲਈ ਬਚਣ ਦੇ ਜਾਂ ਭੱਜਣ ਦੇ ਹੁਣ ਕੋਈ ਰਾਹ ਨਹੀਂ ਲੱਭੇ। ਜਿਹੜਾ ਅਦਾਲਤਾਂ ਦੇ ਖਿਲਾਫ ਬੋਲਦਾ ਸੀ, ਅੱਜ ਉਹ ਹੀ ਅਦਾਲਤਾਂ ਦੀ ਸ਼ਰਨ ਵਿੱਚ ਆਇਆ ਹੋਇਆ।